थाप्या ना जाए कीता ना होए, आपे आप निरंजन सोए। जिन सेव्या तिन पाया मान, नानक गाव्या गुणी निदान। गाव्या सुनिया मन रखिया भाओ, दुख पर हर सुख कर लै जाए। गुरमुख नाद गुरमुख वेद, गुरमुख रहा समाई। गुरु ईश्वर गुरु गोरख बर्मा, गुरु पार्वती माई। जे हो जाना आखा नाही, कहना कथन ना जाई। गुरा एक दे बुझाई, सबना जिया का एक दाता, सो मैं विसर ना जाई। हुण नानक एवें जानिए सब आपे सच्चा। ਦਾ ਹੋਰ ਵੇਰਵਾ ਦੱਸ ਕੇ ਇਸ ਦੀ ਸੇਵਾ ਦਾ ਲਾਭ ਤੇ ਇਸ ਨੂੰ ਪ੍ਰਾਪਤ ਕਰਨ ਦਾ ਜਿਉਂਦਾ ਜਾਗਦਾ ਸਾਧਨ ਤੇ ਇਸ ਸਾਧਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਤੇ ਫਲ ਕੀ ਲੱਗਦਾ ਹੈ ਬਾਰੇ ਪੂਰਾ ਵਿਸਥਾਰ ਨਾਲ ਦੱਸ ਰਹੇ ਕੀ ਦੱਸ ਰਹੇ ਹਨ ਕਿ ਇਸ ਚਾਰ ਸੱਤੇ ਸਰੂਪ ਜੋ ਸਭ ਕੁਝ ਆਪੇ ਆਪ ਹੈ, ਇਹ ਹੈ ਸਚਾਰ ਓੰਕਾਰ ਸੱਤੇ ਸਰੂਪ ਜੋ ਸਭ ਕੁਝ ਆਪੇ ਆਪ ਹੈ। ਇਹ ਥਾਪਿਆ ਨਹੀਂ ਜਾ ਸਕਦਾ, ਨਾ ਰਚਿਆ ਜਾ ਸਕਦਾ। ਇਹ ਆਪਣੇ ਆਪ ਤੋਂ ਆਪ ਹੀ ਹੈ। ਇਸ ਨੂੰ ਦੇਖੋ, ਇਹਨੂੰ ਕੋਈ ਥਾਪ ਸਕਦਾ ਹੈ? ਇਸ ਨੂੰ, ਇਸ ਸੱਤੇ ਸਰੂਪ ਨੂੰ ਥਾਪਿਆ ਨਹੀਂ ਜਾ ਸਕਦਾ, ਰਚਿਆ ਨਹੀਂ ਜਾ ਸਕਦਾ। ਇਹ ਆਪਣੇ ਆਪ ਚ ਆਪ ਹੀ ਹੈ। ਔਰ ਇਸ ਮਾਇਆ ਆਪ ਦੇ ਆਸਰੇ ਉਪਾਦੀ ਤੋਂ ਅਲੇਪ ਹੈ। ਦੱਸੋ ਇਸ ਇੱਕ ਨੂੰ ਕਿਸੇ ਮਾਇਆ ਦਾ ਆਸਰਾ ਜਾਂ ਕੋਈ ਉਪਾਦੀ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਸੋਬਤ ਕੁਝ ਵੀ ਚਾਹੀਦਾ ਹੈ ਨਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਅਲੇਪ ਹੈ। ਜਿਸ ਨੇ ਇਸ ਕਾਇਮ ਬਿਲਜਾਤ ਦੀ, ਜਿਸਨੇ ਇਸ ਕਾਇਮ ਬਿਲਜਾਤ ਨਿਰਲੇਪ ਦੀ ਸੇਵਾ ਕੀਤੀ, ਉਸਨੇ ਇਸ ਦੀ ਹੋਣ ਦਾ ਸਬੂਤ ਪਾ ਲਿਆ ਹੈ। ਕੀ ਸੇਵਾ ਕੀਤੀ? ਇਹਨੂੰ ਹਮੇਸ਼ਾ ਯਾਦ ਰੱਖਿਆ, ਇਹਦਾ ਹਮੇਸ਼ਾ ਸਿਮਰਨ ਕੀਤਾ। ਜਿਸਨੇ ਇਸ ਕਾਇਮ ਬਿਲਜਾਤ ਨਿਰਲੇਪ ਦੀ ਸੇਵਾ ਕੀਤੀ ਹੈ, ਉਸਨੇ ਇਸ ਦੀ ਹੋਣ ਦਾ ਸਬੂਤ ਪਾ ਲਿਆ ਹੈ। ਪ੍ਰਸ਼ਨ ਹੈ ਕਿ हे ਗੁਰੂ ਨਾਨਕ, हे ਗੁਰੂ ਨਾਨਕ, ਨਿਰਪਲਸ ਅੰਜਨ ਭਾਵ ਨਿਰਾਕਾਰ ਦੀ ਸੇਵਾ ਕਿਉਂ ਕਰੀਏ, ਕਿਵੇਂ ਕਰੀਏ? ਉੱਤਰ ਵਿੱਚ ਗੁਰੂ ਸਾਹਿਬ ਕਹਿ ਰਹੇ ਹਨ, ਇਸ ਗੁਣਾਂ ਨਾਲ ਭਰਪੂਰ ਸਾਗਰ ਦੇ ਗੁਣ ਗਾਵੀਏ। ਇਸ ਇੱਕ ਗੁਣਾਂ ਨਾਲ ਭਰਪੂਰ, ਇਸ ਇੱਕ ਓੰਕਾਰ ਦੇ ਗੁਣਾਂ ਨਾਲ ਭਰਪੂਰ ਦੇ ਗੁਣ ਗਾਵੀਏ। ਹਾਂ, ਗਾਵੀਏ ਤੇ ਗੁਣ ਕਥਨ ਨੂੰ ਸੁਣੀਏ ਵੀ। ਬਕਾਇਦਾ ਤੌਰ ਤੇ ਗੁਣ ਗਾ ਕੇ, ਸੁਣ ਕੇ ਮਨ ਵਿੱਚ ਇਸ ਨਾਲ ਪ੍ਰੇਮ ਰੱਖੀਏ। ਇਸ ਇੱਕ ਓੰਕਾਰ ਨਾਲ ਪ੍ਰੇਮ ਰੱਖੀਏ ਤਾਂ ਜੋ ਇਹ ਮਨ ਦੁੱਖ ਨੂੰ ਦੂਰ ਕਰ ਲਵੇ ਤੇ ਸੁੱਖ ਨੂੰ ਆਪਣੇ ਸਰੂਪ ਵਿੱਚ ਵਸਾ ਲਵੇ। ਪ੍ਰਸ਼ਨ ਹੈ ਕਿ ਕਿਆ ਤੁਸੀਂ ਨਿਰੰਜਨ ਤੋਂ ਹੇਠਾਂ ਈਸ਼ਰ, ਸ਼ਿਵ, ਵਿਸ਼ਨੂੰ, ਬ੍ਰਹਮਾ ਆਦਿ ਨੂੰ ਨਹੀਂ ਮੰਨਦੇ, ਜਿਨ੍ਹਾਂ ਦਾ ਸਰਗੁਣ ਸਰੂਪ ਹੋਣ ਕਰਕੇ ਧਿਆਨ ਧਰਿਆ ਜਾ ਸਕਦਾ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤਰ ਵਿੱਚ ਫਰਮਾ ਰਹੇ ਹਨ, ਉੱਤਰ ਵਿੱਚ ਕਹਿੰਦੇ ਹਨ, ਗੁਰੂ ਹੀ ਮੇਰਾ ਸ਼ਿਵ ਹੈ, ਗੁਰੂ ਹੀ ਮੇਰਾ ਵਿਸ਼ਨੂੰ ਹੈ, ਗੁਰੂ ਹੀ ਮੇਰਾ ਬ੍ਰਹਮਾ ਹੈ, ਗੁਰੂ ਹੀ ਮੇਰੀ ਪਾਰਵਤੀ, ਲక్ష్ਮੀ ਤੇ ਸਰਸਵਤੀ ਹੈ। ਫਿਰ ਪ੍ਰਸ਼ਨ ਹੈ ਕਿ ਬਿਨਾਂ ਉਹਨਾਂ ਨੂੰ ਮੰਨੇ ਦੇ ਨਾਦ ਤੇ ਵੇਦ, ਸ਼ਬਦ ਤੇ ਗਿਆਨ ਦਾ ਆਦਿਸਥਾਨ ਕੌਣ ਬਣੇਗਾ? ਤੋ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾ ਰਹੇ ਹਨ ਉੱਤਰ ਵਿੱਚ ਕਿ ਇਸ ਗੁਰੂ ਦਾ ਉਚਾਰਿਆ ਵਾਕ ਮੇਰੇ ਲਈ ਨਾਦ ਹੈ। ਇਸ ਗੁਰੂ ਦਾ ਉਚਾਰਿਆ ਵਾਕ ਮੇਰੇ ਲਈ ਨਾਦ ਹੈ। ਗੁਰਮੁਖ ਦਾ ਵਾਕ ਹੀ ਵੇਦ ਹੈ। ਕਿਉਂਕਿ ਗੁਰੂ ਦੀ ਮਹਿਮਾ ਪੂਰੀ ਨਹੀਂ ਜਾਣ ਸਕੀਦੀ, ਔਰ ਜੇ ਮੈਂ ਜਾਣ ਵੀ ਲਵਾਂ ਤਾਂ ਵਰਣਨ ਨਹੀਂ ਕਰ ਸਕਦਾ, ਕਿਉਂਕਿ ਇਸ ਦਾ ਕਥਨ ਕਿਹਾ ਹੀ ਨਹੀਂ ਜਾ ਸਕਦਾ। ਇਸ ਲਈ ਮੇਰੀ ਤਾਂ ਇਸ ਗੁਰੂ ਅੱਗੇ ਹੀ ਅਰਦਾਸ ਹੈ, ਮੇਰੀ ਤਾਂ
ਇਸ ਗੁਰੂ ਅੱਗੇ ਹੀ ਅਰਦਾਸ ਹੈ ਕਿ हे ਗੁਰੂ ਮੈਨੂੰ ਇੱਕ ਗੱਲ ਬੁਝਾ ਦਿਓ, ਮੈਨੂੰ ਇੱਕ ਗੱਲ ਬੁਝਾ ਦਿਓ ਕਿ ਸਭਨਾ ਜੀਆਂ ਦਾ ਜੋ ਇੱਕ ਦਾਤਾ ਹੈ ਇਹ ਮੈਨੂੰ ਕਦੇ ਵਿਸਰੇ ਨਾ। ਇਸ ਵਾਕ ਵਿੱਚ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਦਾ ਅਰਥ ਗੁਰੂ ਮੰਨਿਆ ਹੈ। ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ। ਸਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨ ਨਾ ਜਾਈ। ਇਸ ਪੌੜੀ ਵਿੱਚ ਅੰਤਰਗਤ ਤੀਰਥ ਦਾ ਮੁੱਢ ਵੱਜਦਾ ਹੈ। ਅੰਤਰਗਤ ਤੀਰਥ ਦਾ ਮੁੱਢ ਵੱਜਦਾ ਹੈ, ਜਿਸ ਦਾ ਵੇਰਵਾ ਇਸ ਪੌੜੀ ਵਿੱਚ ਹੈ। ਇੱਥੇ ਤੀਰਥ ਇਸ਼ਨਾਨ ਦਾ ਜ਼ਿਕਰ ਹੈ। ਤੀਰਥ ਤਪ ਦਿਆਦਤ ਦਾਨ ਆਦ ਵਧੇਰੇ ਕਰਮ ਗਿਣੇ ਹਨ। ਸੋ ਇੱਥੇ ਵੀ ਤੀਰਥ ਉਪਲਕਤ ਸਾਰੇ ਕਰਮਾਂ ਤੋਂ ਮੁਰਾਦ ਹੈ। ਕਰਮ ਮਾਰਗ ਵਿੱਚ ਤੇ ਜੋਗੀਆਂ ਵਿੱਚ ਤੀਰਥ ਇਸ਼ਨਾਨ ਇੱਕ ਵੱਡਾ ਕਰਮ ਮੰਨਿਆ ਗਿਆ ਹੈ। ਕਰਮ ਮਾਰਗ ਵਿੱਚ ਤੇ ਜੋਗੀਆਂ ਵਿੱਚ ਤੀਰਥ ਇਸ਼ਨਾਨ ਇੱਕ ਵੱਡਾ ਕਰਮ ਮੰਨਿਆ ਗਿਆ ਹੈ। ਜਿਵੇਂ ਲੋਹਾ ਰਿਪਾ ਜੋਗੀ ਨੇ ਗੁਰੂ ਸਾਹਿਬਾਨ ਨੂੰ ਕਿਹਾ ਸੀ, ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਗੁਰੂ ਨਾਨਕ ਸਾਹਿਬ ਦਾ ਮਾਰਗ ਕਰਮ ਮਾਰਗ ਨਹੀਂ ਹੈ, पर प्रेम मार्ग है। प्रेम जिन प्रेम किया तिन ही प्रभ पाया। प्रेम मार्ग है जिस ਦਾ ਉਪਦੇਸ਼ ਕਰਦੇ ਆਏ ਹਨ ਕਿ ਅਸੀਂ ਕੀ ਨਜ਼ਰ ਭੇਟ ਕਰੀਏ, ਕੀ ਬੋਲ ਬੋਲੀਏ, ਕੀ ਦਾਤਾ ਸਾਨੂੰ ਪਿਆਰ ਕਰੇ। ਪਿਆਰ ਪ੍ਰਸੰਨਤਾ ਨਾਲ ਹੁੰਦਾ ਹੈ। ਪ੍ਰਸੰਨਤਾ ਲੈਣ ਲਈ ਹੁਕਮ ਮੰਨਣਾ ਦੱਸਿਆ ਹੈ ਤੇ ਹੁਕਮੇ ਅੰਦਰ ਆਉਣ ਲਈ ਗੁਣ ਗਾਇਨ ਤੇ ਨਾਮ ਸਿਮਰਨ ਉਪਾਦ ਸੇ ਹਨ। ਪ੍ਰਸੰਨਤਾ ਹੋਣ ਤੇ ਦਾਤਾ ਪਿਆਰ ਦੀ ਨਜ਼ਰ ਕਰਦਾ ਹੈ ਤੇ ਮੋਕਸ਼ ਦਵਾਰ ਬਖਸ਼ਦਾ ਹੈ, ਭਾਵ ਮੋਕਸ਼ ਦਾ ਰਸਤਾ ਬਖਸ਼ਦਾ ਹੈ। ਇਸ ਪੌੜੀ ਵਿੱਚ ਫਰਮਾਉਂਦੇ ਹਨ ਕਿ ਤੀਰਥਾਦ ਕਰਮ ਇਸ ਦੀ ਪ੍ਰਸੰਨਤਾ ਲੈਣ ਦੇ ਉਪਾਅ ਨਹੀਂ ਹਨ। ਪ੍ਰਸੰਨਤਾ ਲੈਣ ਦਾ ਉਪਾਅ ਦਾਤੇ ਨੂੰ ਵਿਸਰ ਨਾ ਜਾਵਾਂ, ਭਾਵ ਇਸ ਇੱਕ ਦਾ ਸਿਮਰਨ ਕਰਨਾ ਹੀ ਹੈ। ਸਿਮਰਨ ਦਾ ਰਾਹ ਦੱਸ ਕੇ ਇਹ ਪੌੜੀ ਵਿੱਚ ਕਰਮ ਤੋਂ ਸਿਮਰਨ ਦੀ ਵਿਸ਼ੇਸ਼ਤਾ ਦਾ ਵਰਣਨ ਕਰਦੇ ਹਨ ਤੇ ਕਹਿੰਦੇ ਹਨ ਕਿ ਮੈਂ ਤੀਰਥਾਂ ਵਿੱਚ ਨਹਾਵਾਂ, ਜੇ ਨਹਾਉਣ ਨਾਲ ਇਸ ਨੂੰ ਭਾ ਜਾਵਾਂ, ਬਿਨਾਂ ਇਸ ਨੂੰ ਭਾਏ ਮੈਂ ਨਹਾ ਕੇ ਕੀ ਕਰਾਂ। ਜੇ ਮੈਂ ਨਹਾਈ ਵੀ ਜਾਵਾਂਗਾ, ਜੇ ਮੈਂ ਇਹਨੂੰ ਨਹੀਂ ਭਾਂਦਾ ਤਾਂ ਮੈਂ ਕੀ ਕਰਾਂ। ਭਾਵ ਤੀਰਥ ਇਸ਼ਨਾਨ ਇਸ ਦੀ ਪ੍ਰਸੰਨਤਾ ਦਾ ਕਾਰਨ ਨਹੀਂ ਹਨ। ਇਸ ਦੀ ਪ੍ਰਸੰਨਤਾ ਲੈਣੀ ਹੈ। ਇਸ ਇੱਕ ਓਮਕਾਰ ਪ੍ਰਭੂ ਪਰਮੇਸ਼ਰ ਪਰਮਾਤਮਾ ਈਸ਼ਵਰ ਅੱਲਾਹ ਗੋਡ ਦੀ ਪ੍ਰਸੰਨਤਾ ਲੈਣ ਲਈ ਨਿਰੇ ਤੀਰਥ ਇਸ਼ਨਾਨ ਆਦਿ ਕਰਮਾਂ ਦੇ ਕਰਨ ਦਾ ਲਾਭ ਨਹੀਂ ਹੈ। ਜਿਤਨੀ ਕਰਤਾ ਪੁਰਖ ਦੀ ਉਪਜਾਈ ਰਚਨਾ ਮੈਂ ਵੇਖਦਾ ਹਾਂ, ਉਸ ਵਿੱਚ ਕਿਸੇ ਨੂੰ ਕਰਮਾਂ ਭਾਵ ਭਾਗਾਂ ਬਾਜੂ ਕੀ ਮਿਲਦਾ ਹੈ? ਭਾਵ ਕੁਛ ਨਹੀਂ ਮਿਲਦਾ। ਜੇ ਮਿਲਦਾ ਹੈ ਤਾਂ ਕੋਈ ਲੈ ਕੇ ਦੇਖ ਲਵੇ, ਅਰਥਾਤ ਲੈ ਕੇ ਦਿਖਾਵੇ। ਭਾਵ ਹੈ ਕਿ ਆਪਣੇ ਲੈਣ ਦੇ ਜ਼ੋਰ ਨਾਲ ਕੁਝ ਨਹੀਂ ਮਿਲਦਾ। ਇਸੇ ਤਰ੍ਹਾਂ ਜੀਵ ਦੀ ਬੁੱਧੀ ਵਿੱਚ ਰਤਨ ਜਵਾਹਰ ਤੇ ਮਾਨਕ ਹਨ, ਪਰ ਆਪਣੇ ਜ਼ੋਰ ਨਾਲ ਨਹੀਂ ਮਿਲਦੇ। ਪ੍ਰਸ਼ਨ ਹੈ ਕਿ ਕਿਵੇਂ ਲੈ ਜਾਵਣ? ਤਾਂ ਉੱਤਰ ਵਿੱਚ ਸਾਹਿਬ ਫਰਮਾ ਰਹੇ ਹਨ ਕਿ ਜੇ ਗੁਰਾਂ ਦੀ ਇੱਕ ਸਿੱਖਿਆ ਸੁਣ ਲੈ ਤਾਂ ਉਹ ਮਿਲਦੇ ਹਨ। ਸੋ ਉਸ ਸਿੱਖਿਆ ਲਈ ਅਰਦਾਸ ਕਰ ਕਿ हे ਗੁਰੂ ਜੀ, ਮੈਨੂੰ ਇੱਕ ਗੱਲ ਬੁਝਾ ਦਿਓ, ਅਰਥਾਤ ਸਮਝਾ ਕੇ ਅੰਦਰ ਵਾੜ ਦਿਓ ਕਿ ਸਭਨਾ ਜੀਆਂ ਦਾ ਜੋ ਇੱਕ ਦਾਤਾ ਹੈ ਉਹ ਮੈਨੂੰ ਕਿਵੇਂ ਵੀ ਤੇ ਕਦੇ ਵੀ ਵਿਸਰ ਨਾ ਜਾਏ। ਕਿਸੇ ਵੀ ਤਰੀਕੇ ਨਾਲ ਮੈਨੂੰ ਵਿਸਰੇ ਨਾ।
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣ ਵੰਤਿਆ ਗੁਣ ਦੇ। ਤਿਹਾ ਕੋਈ ਨਾ ਸੁਜੀ ਜੇ ਤਿਸ ਗੁਣ ਕੋਈ ਕਰੇ। ਤੋ ਇੱਥੇ ਕਰਮ ਮਾਰਗੀਆਂ ਤੇ ਜੋਗੀਆਂ ਦੇ ਤੀਰਥ ਇਸ਼ਨਾਨ ਆਦਿ ਕਰਮਾਂ ਦੀ ਨਿਰਾਕਾਰ ਦੀ ਪ੍ਰਸੰਨਤਾ ਨੂੰ ਆਪਣੇ ਵੱਲ ਪ੍ਰੇਰਿਤ ਕਰ ਲੈਣ ਦੀ ਅਸਮਰੱਥਾ ਦੱਸ ਕੇ ਨਾਮ ਸਿਮਰਨ ਦੀ ਸਫਲਤਾ ਵਰਣਨ ਕਰਕੇ ਹੁਣ ਜੋਗੀਆਂ ਦੇ ਹੱਠ ਸਾਧਨਾ ਤੋਂ ਜੋ ਪ੍ਰਾਪਤੀਆਂ ਹੁੰਦੀਆਂ ਦੱਸੀਆਂ ਜਾਂਦੀਆਂ ਹਨ, ਦੱਸੀਦੀਆਂ ਹਨ, ਉਹਨਾਂ ਦੀ ਵਾਹਿਗੁਰੂ ਪ੍ਰਸੰਨਤਾ ਨੂੰ ਆਕਰਖਣ ਕਰ ਲੈਣ ਦੀ ਅਸਮਰੱਥਾ ਦਰਸਾਉਂਦੇ ਹਨ। ਕਹਿੰਦੇ ਹਨ ਕਿ ਹੱਠ ਜੋਗ ਆਦਿ ਸਾਧਨ ਕਰਕੇ ਜੀਵ ਦੀ ਉਮਰ ਇੰਨੀ ਲੰਮੀ ਹੋ ਜਾਵੇ ਜਿੰਨੀ ਕਿ 4 ਯੁੱਗ ਹੁੰਦੇ ਹਨ, ਇਸ ਤੋਂ ਵੀ 10 ਗੁਣੀ ਹੋਰ ਹੋ ਜਾਵੇ, ਫਿਰ ਉਹ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਵੇ ਕਿ ਹਰ ਕੋਈ ਆਦਰ ਸਨਮਾਨ ਲਈ ਉਸਦੇ ਨਾਲ ਤੁਰ ਪਏ। ਜਗਤ ਵਿੱਚ ਜਸ ਤੇ ਕੀਰਤੀ ਇੰਨੀ ਹੋਵੇ, ਸੋਭਾ ਇੰਨੀ ਹੋਵੇ ਜਾਂ ਹੋ ਲਵੇ ਕਿ ਸਭ ਕੋਈ ਇਸ ਨੂੰ ਚੰਗਾ ਚੰਗਾ ਹੀ ਆਖੇ, ਪਰ ਜੇ ਉਹ ਇਸ ਗੁਣੀ ਨਿਦਾਨ ਦੀ ਕਿਰਪਾ, ਇਸ ਗੁਣੀ ਨਿਦਾਨ ਇੱਕ ਓੰਕਾਰ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੇਠ ਨਹੀਂ ਆਇਆ ਤਾਂ ਉਸ ਦੀ ਸਾਰ ਕਿਸੇ ਨੇ ਨਹੀਂ ਲੈਣੀ। ਸਗੋਂ ਉਸਦੇ ਕੀਤੇ ਦੋਸ਼ ਉਸਦੇ ਜ਼ਿੰਮੇ ਲਾ ਕੇ ਉਹ ਦੋਸ਼ੀ ਠਹਿਰਾਇਆ ਜਾਏਗਾ। ਧਿਆਨ ਨਾਲ ਸੁਣਨਾ ਜੀ ਕਿ ਸਗੋਂ ਉਸਦੇ ਕੀਤੇ ਦੋਸ਼ ਉਸਦੇ ਜ਼ਿੰਮੇ ਲਾ ਕੇ ਉਸ ਨੂੰ ਦੋਸ਼ੀ ਠਹਿਰਾਇਆ ਜਾਏਗਾ। ਭਾਵ ਨੀਚ ਅਵਸਥਾ ਨੂੰ ਪ੍ਰਾਪਤ ਹੋਵੇਗਾ। ਪਰੰਤੂ ਐਸੇ ਪ੍ਰਭੂ ਦੇ ਗੁਣਾਂ ਤੋਂ ਵਿਹੂਣੇ ਹੋ ਚੁੱਕੇ ਵਿੱਚ ਵੀ ਇਹ ਗੁਣੀ ਨਿਦਾਨ ਚਾਹੇ ਤਾਂ ਗੁਣ ਭਰ ਸਕਦਾ ਹੈ, ਭਰ ਦਿੰਦਾ ਹੈ। ਇਹ ਚਾਹੇ ਤਾਂ ਗੁਣਵੰਤਿਆਂ ਵਿੱਚ ਹੋਰ ਗੁਣ ਪਾ ਦਿੰਦਾ ਹੈ। ਇਸ ਗੁਣੀ ਨਿਦਾਨ ਜਿਹਾ ਹੋਰ ਕੋਈ ਨਹੀਂ ਮੈਨੂੰ ਦਿਸਦਾ ਜੋ ਇਸ ਵਿਹੂਣੇ ਹੋ ਚੁੱਕੇ ਨੂੰ ਕੋਈ ਗੁਣ ਲਾ ਸਕੇ। ਇਸ ਗੁਣ ਵਿਹੂਣੇ ਨੂੰ ਹੋ ਚੁੱਕੇ ਨੂੰ ਕੋਈ ਗੁਣ ਲਾ ਸਕੇ। ਗੁਰੂ ਨਾਨਕ ਸਾਹਿਬ ਦਾ ਵਾਕ ਹੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤਿਹਾ ਕੋਈ ਨਾ ਸੁਝੀ ਜੇ ਤਿਸ ਗੁਣ ਕੋਈ ਕਰੇ। ਅਗਲੇ ਪੌੜੀ ਵਿੱਚ ਫਰਮਾ ਰਹੇ ਹਨ ਕਿ ਸੁਣਿਆ ਸਿੱਧ ਪੀਰ ਸੁਧਨਾਥ, ਸੁਣਿਆ ਧਰਤੀ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋ ਨਾ ਸਕੇ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਦੇ ਪਾਵੈ ਰਾਹ, ਸੁਣਿਆ ਹਾਥ ਹੋਵੇ ਅਸਗਾ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਨ ਤੂੰ ਮੁਰਾਦ ਕੰਨੀ ਪੈ ਕੇ ਨਿਕਲ ਜਾਣਾ ਮਾਤਰ ਨਹੀਂ ਹੈ। ਐਸਾ ਸੁਣਨਾ ਜੋ ਸਮਝ ਤੋਂ ਅੱਗੇ ਵਧਦਾ ਔਰ ਬੁੱਝ ਬਣ ਜਾਂਦਾ ਹੈ। ਐਸਾ ਸੁਣਨਾ ਜੋ ਸਮਝ ਤੋਂ ਅੱਗੇ ਵਧਦਾ ਔਰ ਬੁੱਝ ਬਣ ਜਾਂਦਾ ਹੈ, ਭਾਵ ਅੰਦਰ ਵਸ ਜਾਂਦਾ ਹੈ, ਮਨ ਤੇ ਬੁੱਧੀ ਵਿੱਚ ਪੂਰਨ ਪ੍ਰਵੇਸ਼ ਕਰ ਜਾਂਦਾ ਹੈ। ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ, ਸੁਣ ਮਨ ਵਸਾਇਆ ਬੂਝੇ ਜਨ ਕੋਈ।